परम सन्मानयोग गुरु की साजी नवाजी गुरु खालसा गुरु संगत जी, हाजरी प्रवान करो प्यार साथ फतेह बुलाइए। वाहिगुरु जी का खालसा वाहिगुरु जी की फतेह। अज बहुत ही खुशियां भरिया सुभाग महाराज साहब जी ने गुरसिखी की दात बख्शी। सतगुरु जी ने बाणी बख्शी, उपदेश बख्शिया, किरत करनी, नाम जपना, वंड छकना। और सतगुरु नानक देव जी ने दस जामे धारे ने। अज 10वें पातशाह महाराज साहब जी का प्रकाश गुरपुरब का पावन दिहाड़ा है। समूह गुरु खालसे पंथ सिख संगतां नूं, सारे संसार भर नूं धन 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 श्री गुरु गोबिंद सिंह साहिब सच्चे पातशाह जी के आगमन प्रकाश गुरपुरब दी बेअंत 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 वधाई वधाइयां होण। साहिब सच्चे पातशाह जी के आगमन जो सतगुरां दे पावन बचन हैं, तही प्रकाश हमारा भयो, पटना शहर बिखे पव लियो। पटना साहब की पावन धरती ते सतगुरु जी का प्रकाश होया। साहिब सच्चे पातशाह महाराज ने बचन कहे हैं, किड्डे साडे वड्डे भाग ने। सतगुरु जी ने अपने पूर्वले जन्म की कथा जिहड़ी है उन्होंने भी दसम बाणी विच सतगुरां ने दर्शावना कीता। हेमकुंट पर्वत है जहाँ, सप्त श्रृंग शोभित है तहाँ। ये सारे शब्द विच सतगुरु जी दर्शाउंदे ने। चित न भयो हमरो आवन का, चुभी रही श्रुत प्रभ चरणन में। फिर सतगुरु महाराज साहब जी कहते, ज्यों त्यों प्रभ हमको समझायो, इम कह के ये लोक पठायो। धर्म चलावन संत उबारन, दुष्ट सबन को मूल उपारन। वो धर्मियों की रखिया वास्ते, संतां नूं उभारण वास्ते, दुष्टां नूं दंड देण वास्ते, दुष्टां दा मूल मुद्दा पुट्टण वास्ते ये सतगुरु महाराज साहब सच्चे पातशाह जी का आगमन होया, प्रकाश होया। सतगुरु महाराज साहब जी के बचन हैं कि साडा चित नहीं सी करदा आउण नूं। वो प्रभु परमेश्वर जी ने, वाहिगुरु जी ने ज्यों त्यों प्रभ हमको समझायो कि जेड़े जेड़े भी पहला पृथ्वी ते कहलाउंदे रहे हाँ, जिन जिन तनक सिद्ध को पायो, तिन तिन अपनो राह चलायो। सतनाम काहू ना दृढ़ायो, जिन्हों ने थोड़ा थोड़ा मार्ग रस्ता पाया, उन्होंने आपो अपने ही मार्ग रस्ते चला ले। पर सतगुरु वाहिगुरु परमेश्वर जी का नाम ना किसी को चेते कराया।
ਸਭ ਆਪਣੀ ਆਪਣੀ ਉਰਝਾਨੀ, ਆਪੋ ਆਪਣੇ ਵਿੱਚ ਹੀ ਉਰਝ ਗਏ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਪਰਮੇਸ਼ਰ ਜੀ ਨੇ, ਮੈਂ ਆਪਣਾ ਸਤ ਤੋਹੇ ਨਿਵਾਜਾ, ਪੰਥ ਪਰਚੁਰ ਕਰ ਬੇ ਕਉ ਸਾਜਾ। ਜਹਾਂ ਤਹਾਂ ਤੈ ਧਰਮ ਸਾਰੋ, ਦੁਸ਼ਟ ਦੋਖੀਆਂ ਪਕੜ ਪਿਛਾਰੋ। ਜਾਹੀ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਭ ਮਨ ਮੰਗ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਬਾਰਨ। ਇਹ ਸਾਰਾ ਕੁਝ ਫਿਰ ਮਹਾਰਾਜ ਦੀ ਆਗਿਆ ਨਾਲ ਮਹਾਰਾਜ ਕਹਿੰਦੇ, ਜਦੋਂ ਤਿਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲੀਆ। ਉਹ ਪਰਮੇਸ਼ਰ ਦੀ ਆਗਿਆ ਵਿੱਚ ਮਹਾਰਾਜ ਸਾਹਿਬ ਕਹਿੰਦੇ ਨੇ, ਫਿਰ ਇਹ ਪੰਥ ਨੂੰ ਸਜਾਉਣ ਵਾਸਤੇ ਗਰੀਬ ਨਵਾਜ ਕਹਿੰਦੇ, ਫਿਰ ਅਸੀਂ ਇਹ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵਾਹਿਗੁਰੂ ਪਰਮੇਸ਼ਰ ਜੀ ਦੇ ਹੁਕਮ ਵਿੱਚ ਫਿਰ ਮਹਾਰਾਜ ਨੇ ਪਟਨੇ ਸਾਹਿਬ ਦੀ ਧਰਤੀ ਤੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਉੱਥੇ ਪ੍ਰਕਾਸ਼ ਹੋਇਆ ਸਤਿਗੁਰਾਂ ਦਾ। ਤੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਜਿਹੜੀ ਖਬਰ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਅਸਾਮ ਵਿੱਚ ਰਾਜਿਆਂ ਦੀ ਸਲਾਹ ਕਰਵਾਉਣ ਵਾਸਤੇ ਗਏ ਸਨ, ਜਦੋਂ ਸਿੱਖ ਨੇ ਜਾ ਕੇ ਮਹਾਰਾਜ ਦੇ ਪਾਸ ਇਹ ਖੁਸ਼ੀ ਦਾ ਸੁਨੇਹਾ ਦਿੱਤਾ ਕਿ ਮਹਾਰਾਜ ਆਪ ਜੀ ਦੇ ਗ੍ਰਹਿ ਵਿੱਚ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਖੁਸ਼ੀਆਂ ਬਖਸ਼ੀਆਂ, ਜਿੱਥੇ ਉਹਦੀ ਝੋਲੀ ਵਿੱਚ ਧਨ ਵੀ ਪਾਇਆ, ਉੱਥੇ ਸਤਿਗੁਰਾਂ ਬਚਨ ਕੀਤੇ, ਸਿਖਾ ਤੂੰ ਨਿਹਾਲ ਹੋਇਓ, ਨਿਹਾਲ ਹੋਇਓ, ਨਿਹਾਲ ਹੋਇਓ। ਤੂੰ ਸਾਨੂੰ ਖੁਸ਼ੀ ਦਾ ਸੁਨੇਹਾ ਦਿੱਤਾ ਹੈ। ਉਸ ਵੇਲੇ ਫਿਰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਖੁਸ਼ੀ ਵਿੱਚ। ਜੋ ਕੋਈ ਕਿਸੇ ਨੇ ਮੰਗਿਆ ਹੈ, ਮਹਾਰਾਜ ਦੇ ਦਰ ਤੋਂ ਉਹਨੂੰ ਪ੍ਰਾਪਤ ਹੋਇਆ। ਧਰਮ ਅਰਥ ਕਾਮ ਮੋਖ ਐ ਖੁੱਲੇ ਮੀਂਹ ਵਾਂਗੂ ਵਰਤੇ ਨੇ। ਸਭ ਨੇ ਝੋਲੀਆਂ ਭਰੀਆਂ ਗੁਰੂ ਦੇ ਦਰ ਤੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਜੀ, ਮਾਤਾ ਗੁਜਰੀ ਸਾਹਿਬ ਜੀ ਦੇ ਪਾਵਨ ਕੁੱਖ ਤੋਂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਔਰ ਪਟਨਾ ਸਾਹਿਬ ਵਿੱਚ ਖੁਸ਼ੀਆਂ ਆਈਆਂ ਨੇ। ਉੱਥੇ ਸਾਰੇ ਸੰਸਾਰ ਵਿੱਚ ਹੀ ਰੌਸ਼ਨੀ, ਖੁਸ਼ੀਆਂ ਫੈਲ ਗਈਆਂ ਨੇ। ਜੈ ਭੀਖਣ ਸ਼ਾਹ, ਉਹਨੂੰ ਆਪਣੇ ਅੰਤਰਾਤਮੇ ਪਤਾ ਚੱਲਦਾ ਹੈ ਕਿ ਜਿਸ ਖੁਦਾ ਨੂੰ ਤੂੰ ਲਹਿੰਦੇ ਵੱਲੇ ਕਰਕੇ ਨਮਾਜ਼ ਕਰਦਾ ਹੈ, ਅੱਜ ਚੜ੍ਹਦੇ ਵਾਲੇ ਪਾਸੇ ਉਹ ਖੁਦਾ ਆਪ ਰੱਬ ਆ ਗਿਆ। ਆਪਣੇ ਚੇਲਿਆਂ ਦੇ ਨਾਲ ਚੱਲਦਾ 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 ਪਟਨੇ ਸਾਹਿਬ ਪਹੁੰਚ ਗਿਆ ਹੈ। ਆਣ ਕੇ ਉਸ ਸਾਈਂ ਫਕੀਰ ਨੇ ਡਿਉੜੀ ਵਿੱਚ ਬਹਿ ਗਿਆ। ਅੱਜ ਵੀ ਉਹ ਪੁਰਾਣੀ ਡਿਉੜੀ ਮਹਾਰਾਜ ਦੇ ਸੱਚਖੰਡ ਦਰਬਾਰ ਸਾਹਿਬ ਜੀ ਦੇ ਸਾਹਮਣੇ ਹੈ। ਡਿਉੜੀ ਵਿੱਚ ਆਣ ਕੇ ਬਹਿ ਜਾਂਦਾ ਹੈ, ਅਰਦਾਸ ਕਰਦਾ ਹੈ ਕਿ ਮੈਨੂੰ
ਜੋ ਮਹਾਰਾਜ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਪ੍ਰਕਾਸ਼ ਹੋਇਆ, ਮੈਂ ਦਰਸ਼ਨ ਕਰਨ ਵਾਸਤੇ ਆਇਆ ਹਾਂ, ਮੈਨੂੰ ਦਰਸ਼ਨ ਕਰਵਾਇਆ ਜਾਏ। ਅਜੇ ਥੋੜ੍ਹੇ ਦਿਨ ਹੋਏ ਸਨ। ਕਹਿਣ ਲੱਗੇ ਨਹੀਂ, ਅਜੇ ਬਾਹਰ ਨਹੀਂ ਜਾਣ ਕੇ ਦਰਸ਼ਨ ਨਹੀਂ ਕਰਵਾ ਸਕਦੇ। ਉਹਨੂੰ ਬੈਠੇ ਨੂੰ ਕਈ ਦਿਨ ਹੋ ਗਏ। ਉਹਦੇ ਮਨ ਦੀ ਇਹ ਭਾਵਨਾ ਸੀ ਕਿ ਦਰਸ਼ਨ ਕਰੂੰਗਾ ਤੇ ਕੁਝ ਖਾਊਂਗਾ। ਜਦੋਂ ਉਹਦੀ ਭਾਵਨਾ ਨੂੰ ਵੇਖਿਆ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਉਸ ਵੇਲੇ ਫਿਰ ਆਪਣੇ ਭੈਣ ਜੀ ਨੂੰ, ਆਪਣੇ ਮਾਤਾ ਜੀ ਨੂੰ ਉਹਨਾਂ ਬੇਨਤੀ ਉਸ ਫਕੀਰ ਦੀ ਕਿ ਇਹਦੇ ਮਨ ਦੀ ਭਾਵਨਾ ਹੈ ਔਰ ਇਹਨੂੰ ਦਰਸ਼ਨ ਕਰਵਾਉਣਾ ਚਾਹੀਦਾ ਹੈ। ਸੋਹਣੇ ਬਸਤਰਾਂ ਦੇ ਵਿੱਚ ਪਿਤਾ ਗੁਰਦੇਵ ਧੰਨ ਗੁਰੂ ਕਲਗੀਧਰ ਪਿਤਾ ਜੀ ਦੇ ਦਰਸ਼ਨ ਕਰਵਾਉਣ ਵਾਸਤੇ ਬਾਹਰ ਲੈ ਕੇ ਆਏ ਨੇ ਮਾਮਾ ਕਿਰਪਾਲ ਚੰਦ ਜੀ। ਔਰ ਉਸ ਸਾਈਂ ਫਕੀਰ ਨੇ ਭੀਖਣ ਸ਼ਾਹ, ਜਿਸ ਨੇ 2 ਕੁੱਜੀਆਂ ਦੇ ਵਿੱਚ ਕੋਈ ਦੁੱਧ ਕਹਿੰਦਾ ਹੈ, ਕੋਈ ਮਠਿਆਈ ਕਹਿੰਦਾ, ਰਹੋ ਵਿਚਾਰ। ਇੱਕ ਹਿੰਦੂਆਂ ਦੀ ਦੁਕਾਨ ਤੋਂ, ਇੱਕ ਮੁਸਲਮਾਨਾਂ ਦੀ ਦੁਕਾਨ ਤੋਂ 2 ਕੁੱਜੀਆਂ ਵਿੱਚ ਪਾ ਕੇ ਉਹਦੇ ਮਨ ਦਾ ਇਹ ਪ੍ਰਸ਼ਨ ਸੀ ਕਿ ਇੱਕ ਫਿਰਕੇ ਦੇ ਹੋਣਗੇ ਜਾਂ ਸਾਰੇ ਲੁਕਾਈ ਦੇ ਭਲੇ ਵਾਸਤੇ। ਇਹ ਉਹਦੇ ਮਨ ਦਾ ਇਹ ਪ੍ਰਸ਼ਨ ਸੀ ਉਹਦੇ ਮਨ ਵਿੱਚ। ਉਹ ਜਾਣੀ ਜਾਣ ਸਤਿਗੁਰੂ ਦੇ ਅੱਗੇ ਜਦੋਂ ਲੈ ਕੇ 2 ਕੁੱਜੀਆਂ ਲੈ ਕੇ ਅੱਗੇ ਹੋਇਆ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸਭ ਵਿਦ ਜਾਣੇ। ਉਹ ਸਭ ਜਾਣਦੇ, ਘਟ ਘਟ ਕੇ ਅੰਤਰ ਕੀ ਜਾਣ। ਕੀ ਕਿਸੇ ਦੇ ਅੰਦਰ ਬੋਲਦਾ ਹੈ, ਉਹ ਗੁਰੂ ਸਭ ਦੇ ਅੰਦਰ ਦੀ ਜਾਣਦਾ ਹੈ। ਜਦੋਂ ਕੁੱਜੀਆਂ ਅੱਗੇ ਕੀਤੀਆਂ, ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸਾਈਂ ਨੂੰ ਨਜ਼ਰ ਆਇਆ ਕਿ ਲੰਮੇ ਬਾਜੂ ਕਰਕੇ ਅੱਗੇ ਉਹਨਾਂ ਦੋਨਾਂ ਕੁੱਜੀਆਂ ਤੇ ਗਰੀਬ ਨਵਾਜ ਜੀ ਨੇ ਹੱਥ ਰੱਖ ਦਿੱਤੇ। ਆਪਣੇ ਮੁਬਾਰਕ ਮਹਾਰਾਜ ਨੇ ਹਸਤ ਕਮਲ ਉਹਨਾਂ ਦੇ ਉੱਤੇ ਰੱਖ ਦਿੱਤੇ। ਸਾਧ ਸੰਗਤ ਜੀ ਬੋਲੋ ਸ੍ਰੀ ਵਾਹਿਗੁਰੂ। ਸਾਈਂ ਦੇ ਮਨ ਦੀ ਹੱਦ ਦੀ ਖੁਸ਼ੀ ਨਾ, ਖੁਸ਼ੀ ਦੀ ਹੱਦ ਨਾ ਰਹੀ। ਕਿੰਨੀ ਖੁਸ਼ੀ ਉਹਦੇ ਮਨ ਵਿੱਚ ਹੋਈ ਕਿ ਇਹ ਆਪ ਹੀ ਖੁਦਾਵੰਦ ਹੈ, ਆਪ ਹੀ ਰੱਬ ਆਇਆ ਹੈ। ਇੰਨੀ ਖੁਸ਼ੀ ਹੋਈ ਕਿ ਇਹ ਕਿਉਂਕਿ ਰੱਬ ਸਾਰਿਆਂ ਦਾ ਸਾਂਝਾ ਹੈ। ਕਿਸੇ ਵਰਨ ਦਾ, ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ ਕੋਈ ਹੋਵੇ, ਜਿਹੜਾ ਵੀ ਗੁਰੂ ਦੇ ਦਰ ਤੇ ਆ ਜਾਂਦਾ ਹੈ, ਸਭ ਦੇ ਵਾਸਤੇ ਗੁਰੂ ਦਾਤਾਂ ਦਿੰਦੇ ਨੇ ਜੋ ਵੀ ਕੋਈ ਮੰਗਦਾ ਹੈ। ਜਦੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਮਹਾਰਾਜ ਸਾਹਿਬ ਜੀ ਦਾ 350 ਸਾਲਾ ਪ੍ਰਕਾਸ਼ ਸ਼ਤਾਬਦੀ ਸੀ ਸਤਿਗੁਰੂ ਜੀ ਦੀ, ਉਸ ਸਮੇਂ ਲਾ ਕੇ ਉਹ ਨਿਸ਼ਾਨ ਸਾਹਿਬ ਦੀ ਸੇਵਾ ਵੀ 350 ਸਾਲੇ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸੀ ਦਲ ਪੰਥ। ਉਸ ਵੇਲੇ ਤਖਤ ਸਾਹਿਬ ਜੀ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਸਨ। ਇਸ ਵੇਲੇ ਸਿੰਘ ਸਾਹਿਬ ਮਹਾਰਾਜ ਦੇ ਤਖਤ ਸਾਹਿਬ ਤੇ ਸੇਵਾ ਕਰ ਰਹੇ ਨੇ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰੇ ਮੁਸਕੀ,
तो साध संगत जी महाराज साहब जी के तख्त की बहुत वड्डी महानता, क्योंकि सतगुरु जी का प्रकाश वो तख्त है। और महान सतगुरु सच्चे पातशाह जी के उथे कौतक चोज सतगुरु जी की बाल लीला दे हैं। किन्ने कौतक उथे ने महाराज की बाल लीला विच कीते। जे राणी मैणी ने ते प्रेम नाल महाराज साहब जी ने मां कह के वधी गोदी उन्हें भी नवाजिया। सतगुरु सच्चे पातशाह महाराज चोज करते ने, गलेले चलाते ने, जे मटके भजते ने तो माता जी गागना लै देंदे ने बीबी। फिर साहब जी तीर चलाते। अज भी सतगुरां दे हस्त कमलों के उत्ते तीर हैं, गलेले हैं। जे हथ में कड़ा पाया सोने का तो सतगुरु जी गंगा विच वगा देंदे। फिर कहते माता जी कहते चलो लाल जी किथे सुटिया कंगण, एक दूसरा भी ला के सुट देंदे ने, इत्थे कि सुटिया। ते जे वो टोभा लियादा वो टुबी लाउंदा ते थले कंगण ही कंगण, कंगण ही कंगण ढेर लगे ने। महाराज साहब सच्चे पातशाह जी का गुरुद्वारा कंगण घाट है साहब। मैं बेनती कर रहा सी कि महाराज के शताब्दी के समय उत्थे दर्शन करन दा सुभाग प्राप्त होया, क्योंकि जो 300 साल सी उदों छोटे सां असीं गए उदों भी हाँ, पर उदों माता होना दे कुछड़ सी। बाबा जी वड्डे पैदल लैके गए सी दल, ते बाबा जी ने इधरों रेल गड्डी ते गए सी। 350 साल शताब्दी का दर्शन सतगुरु ने बख्शिया। हर वर्ग का लोग उत्थे वेखिया, हर धर्म का उत्थे गया वेखिया। दिन रात लैना नहीं सी टुटदियां महाराज साहब जी के तख्त साहब से सतगुरां के प्रकाश अस्थान से मत्था टेकण वालियां दियां, ते हर वर्ग का हर धर्म का उत्थे गया वेखिया। दिन रात सतगुरां के दर से दर्शन करने वालियां की भीड़ लगी सी, क्योंकि ये रब का जी दर है। महाराज सब नूं दातां दिंदे है, वो दाता है, दाता सब नूं दिंदा है। दद्दा दाता एक है सबको देवनहार। सतगुरु महाराज साहब सच्चे पातशाह जी ने अपार कृपा की। फिर जदों पटना साहब पिता गुरदेव गुरु तेग बहादुर साहब जी का साहबजादा जी का जो पहला मिलाप होया, क्योंकि मिलाप तो पहला भी है, पर जो शरीर करके गुरु के बाग गुरुद्वारा साहब ते उत्थे जिहड़ा सुक्का होया बाग सी ना वो हरा हो गया, वो बाग हरा हो गया। अज भी उत्थे गुरु का बाग गुरुद्वारा साहब, जिन्हां दे घर कोई बाल नहीं ना, उत्थे महाराज दे बूटा लाउंदे ने, जाके खूह है बौड़ा उत्थे इशनान करते हैं। महाराज उन्होंने खुशियां बख्शदे हैं। सतगुरु गरीब नवाज सच्चे पातशाह महाराज दे बेअंत कौतक हैं। इसी तरह साध संगत जी सतगुरु साहब सच्चे पातशाह जी फिर मदर देश हमको ले आए, भांत भांत दाइयन दुलराए। किन्नी अनक भांत तन रक्षा, दीनी भांत भांत की शिक्षा। महाराज साहब सच्चे पातशाह जी फिर इधर ने जो
ਆਏ ਨੇ ਮਦਰ ਦੇਸ ਨੂੰ, ਅਨੰਦਪੁਰ ਸਾਹਿਬ ਜੀ ਨੂੰ ਕਿੰਨੀਆਂ ਖੁਸ਼ੀਆਂ ਹੋਈਆਂ। ਤੇ ਸਤਿਗੁਰੂ ਜੀ ਦੇ ਅਨੰਦਪੁਰ ਸਾਹਿਬ ਆਉਣ 'ਤੇ ਹੀ ਉਹ ਅਨੰਦਪੁਰ ਸਾਹਿਬ ਨਾਮ ਰੱਖਿਆ ਗਿਆ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿੰਨੇ ਕੌਤਕ ਹਨ। ਦਿਨ ਰਾਤ ਸਤਿਗੁਰੂ ਜੀ ਨੇ ਸਾਰੀ ਲੁਕਾਈ ਦੇ ਭਲੇ ਵਾਸਤੇ ਦਿਨ ਰਾਤ ਕੀਤਾ। ਜੇ ਬ੍ਰਾਹਮਣ ਆਉਂਦੇ ਨੇ, ਦੁਖਿਆਰੇ ਰੋਂਦੇ ਕਰਲਾਉਂਦੇ, ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਫਰਿਆਦ ਕਰ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਲ ਲੀਲਾ ਕਰਦੇ, ਪਿਤਾ ਗੁਰਦੇਵ ਜੀ ਦੀ ਗੋਦੀ ਵਿੱਚ ਆਣ ਬੈਠਦੇ ਨੇ। ਕਹਿੰਦੇ ਪਿਤਾ ਗੁਰੂ ਜੀ, ਇਹ ਕੌਣ ਲੋਕ ਨੇ ਜਿਹੜੇ ਏਡੇ ਦੁਖਿਆਰੇ? ਕਹਿਣ ਲੱਗੇ, ਇਹਨਾਂ ਦਾ ਧਰਮ ਨਸ਼ਟ ਕਰ ਰਿਹਾ ਔਰੰਗਜ਼ੇਬ। ਕਹਿਣ ਲੱਗੇ, ਕੋਈ ਉਪਾਅ, ਕੋਈ ਯਤਨ? ਕਹਿਣ ਲੱਗੇ, ਹੋ ਸਕਦਾ ਜੇ ਕੋਈ ਧਰਮੀ ਆਪਣਾ ਬਲੀਦਾਨ ਦੇ ਦੇਵੇ ਤੇ ਇਹਨਾਂ ਦਾ ਧਰਮ ਬਚ ਸਕਦਾ। ਕੋਈ ਮਹਾਤਮਾ, ਧਰਮਾਤਮਾ। ਉਸ ਵੇਲੇ ਮਹਾਰਾਜ ਨੇ ਦਸਮ ਪਿਤਾ ਜੀ ਨੇ ਬਾਲ ਅਵਸਥਾ ਵਿੱਚ ਇਹ ਵਚਨ ਕਰ ਦਿੱਤਾ, ਪਿਤਾ ਗੁਰੂ ਜੀ, ਤੁਹਾਡੇ ਤੋਂ ਵੱਡਾ ਹੋਰ ਕੌਣ ਹੋ ਸਕਦਾ? ਆਪ ਕਿਰਪਾ ਕਰਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਉਹਨਾਂ ਪਾਂਡਿਆਂ ਨੂੰ, ਜਾਓ ਖੁਸ਼ੀਆਂ ਕਰੋ, ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਤੂੰ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲੈ ਆਵੇਂਗਾ, ਅਸੀਂ ਬਿਨਾਂ ਯਤਨ ਤੋਂ ਆਪੇ ਹੋ ਜਾਵਾਂਗੇ। ਉਹਨਾਂ ਦੇ ਧਰਮ ਦੀ ਰੱਖਿਆ। ਮਹਾਰਾਜ ਜੀ ਪ੍ਰੀਤਮ ਜੀ ਨੇ ਇਹ ਮਹਾਨ ਬਚਨ ਕਿਹਾ, ਕਿਉਂਕਿ ਵਿਤਕਰਾ ਨਹੀਂ। ਸਤਿਗੁਰੂ ਜੀ ਦੇ ਜਿੱਥੇ ਗੁਰੂ ਕੇ ਸਿੱਖ ਹਨ, ਗੁਰੂ ਦੀਆਂ ਸਿੱਖ ਸੰਗਤਾਂ ਹਨ, ਗੁਰੂ ਕਾ ਖਾਲਸਾ ਹੈ, ਉੱਥੇ ਮੁਸਲਮਾਨ ਵੀ ਮਹਾਰਾਜ ਦੇ ਮੁਰੀਦ ਹਨ। ਹਰ ਧਰਮ ਦੇ ਮਹਾਰਾਜ ਦੇ ਸੇਵਕ ਹਨ। ਸਤਿਗੁਰੂ ਗਰੀਬ ਨਵਾਜ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ। ਉਹ ਅੰਮ੍ਰਿਤ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਨੂੰ ਦੇਵਤੇ ਵੀ ਲੋਚਦੇ, ਉਹ ਅੰਮ੍ਰਿਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਸਰੂਪ ਸਜਾਇਆ। 5 ਕਕਾਰਾਂ ਦੀ ਰਹਿਤ ਦਿੱਤੀ, 5 ਬਾਣੀਆਂ ਦਿੱਤੀਆਂ। ਸੁਬਾਹ ਤੇ ਸ਼ਾਮ ਦੀਆਂ ਪਾ ਲਈਏ ਤਾਂ 7 ਬਾਣੀਆਂ ਰੋਜ਼ ਦੀਆਂ ਨਿਤਨੇਮ ਦੀਆਂ ਹੋ ਜਾਂਦੀਆਂ। ਔਰ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤਾਂ ਉਸ ਵੇਲੇ ਸਤਿਗੁਰਾਂ ਨੇ ਬਾਣੀ ਪੜ੍ਹਦਿਆਂ, ਜਿੱਥੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ 2 ਬਾਣੀਆਂ, ਸ੍ਰੀ ਜਪਜੀ ਸਾਹਿਬ ਔਰ ਆਨੰਦ ਸਾਹਿਬ, 3 ਬਾਣੀਆਂ ਦਸਮ ਬਾਣੀ ਵਿੱਚ ਜਿਹੜੀ ਆਪ ਬਾਣੀ ਉਚਾਰੀ ਹੈ। ਇਹ ਦਸਮ ਬਾਣੀ ਦੀ ਰਚਨਾ ਵੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ। ਇਹ ਸ੍ਰੀ ਮੁਖਵਾਕ ਬਾਣੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਗੁਰੂ ਦੀ ਬਾਣੀ ਤੋਂ ਬਿਨਾਂ ਸਿੱਖ ਹੋਰ ਪੜ੍ਹਦਾ ਹੀ ਨਹੀਂ। ਸਤਿਗੁਰਾਂ ਨੇ ਇਹ ਵੀ ਭੁਲੇਖਾ ਦੂਰ ਕਰਨ ਵਾਸਤੇ ਅੰਮ੍ਰਿਤ ਵਿੱਚ ਜਾਪ ਸਾਹਿਬ, ਜਿਹਨੂੰ ਆਪਾਂ ਅੰਮ੍ਰਿਤ ਸਵਈਏ ਕਹਿੰਦੇ, ਅਕਾਲ ਉਸਤਤ ਦੀ ਬਾਣੀ ਵਿੱਚ ਨੇ 10 ਸਵਈਏ, ਸਵਈਏ ਔਰ ਚੌਪਈ ਸਾਹਿਬ, ਇਹ 3 ਬਾਣੀਆਂ ਦਸਮ ਬਾਣੀ ਵਿੱਚ ਕਲਗੀਧਰ ਜੀ ਦੀ ਰਚਨਾ। ਇਹ 5 ਬਾਣੀਆਂ ਪੜ੍ਹ ਕੇ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਉਹ 5 ਨੂੰ ਮਹਾਰਾਜ ਨੇ ਜਿਨ੍ਹਾਂ ਦੇ 5 ਦੇ ਸੀਸ ਲੈ, ਫਿਰ ਉਹਨਾਂ ਨੂੰ ਤਿਆਰ ਪ੍ਰਤਿਆਰ ਕੀਤਾ, ਫਿਰ ਮਹਾਰਾਜ ਨੇ ਅੰਮ੍ਰਿਤ ਛਕਾਇਆ।
ਉਹਨਾਂ ਨੂੰ 5 ਪਿਆਰਿਆਂ ਦਾ ਰੁਤਬਾ ਬਖਸ਼ਿਆ। ਫਿਰ ਉਹਨਾਂ ਪੰਜਾਂ ਦੇ ਪਾਸੋਂ ਆਪ ਅੰਮ੍ਰਿਤ ਛਕਿਆ। ਕਿਉਂ? ਕਿ ਕਿਸੇ ਨੂੰ ਭੁਲੇਖਾ ਨਾ ਰਹਿ ਜਾਵੇ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ। ਇਸ ਕਰਕੇ ਸਾਹਿਬ ਜੀ ਨੇ ਆਪ ਅੰਮ੍ਰਿਤ ਛਕਿਆ। ਦੂਸਰੇ ਭਾਈ ਗੁਰਦਾਸ ਸਾਹਿਬ ਜੀ ਗਵਾਹੀ ਦਿੰਦੇ ਨੇ, ਵਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ऐसे गरीब नवाज महाराज जी ने यह खालसे की साजना करके एक कैसी आश्चर्य बात है। जिमें मकान बना के तो बनाने वाला मकान दे विच आप नहीं, ये सतगुरां ने खालसा स्वरूप साज के तो ये विच आप बैठ गए। खालसा मेरो रूप है खास, खालसे मैं हूं करूं निवास। जिमें बचन होता है, मकी तू ही मकान तू ही, मकी तू ही मकान तू ही होता ने, मकी मकान ते विच वसन वाला भी तू है। वो परिपूर्ण वाहिगुरू परमेश्वर कलगीधर पिता जी की। इवें खालसे नूं सजा के महाराज ने आप सच्चे पातशाह जी खालसे मैं हूं करूं निवास। कैसी आश्चर्य बात है, कैसी शक्ति महाराज ने अपने खालसे नूं बख्शी है। और खालसा जजन भजन मम खालसा, खालसा पूज बे जोग, दास गोबिंद सिंह फतेह खालसा, दरस परस मिटे सो। मेरो इष्ट अनिष्ठा, खालसा पूजन ध्यान, दर्शन परसन खालसा, मुक्त रूप सत जान। ऐसा खालसा महाराज ने सजा दिया। और सतगुरां ने ये शस्त्र पहनाए, बाणी बाणा बख्शिश किया है। वो जो बचन सतगुरु जी ने कहे ने कि धर्म चलावन संत उबारण, दुष्ट सबन को मूल उबारण, उसते अगे पहरा देने वास्ते खालसा स्वरूप साज देता है। धर्म नूं चलाउण वास्ते ते संतां नूं, धर्मियां नूं, उन्हां दी रखिया वास्ते सतगुरां ने ये खालसा स्वरूप जिहड़ा ये संत ते सिपाही दा बना दिता है, ये पूर्ण स्वरूप बना दिता है। जे किते जिहड़े ओ जरवाणे जदों किते आण के बहु बेटियां नूं बन के अगे तोर लेंदे सी, उस वेले खालसा जाके छड़ा के लियाण के उन्हां नूं घरों घरी पहुंचाउंदा सी। ऐसा खालसा महाराज ने साजिया। और सिखां दे मन विच एडी निर्माणता है, एडा नरम है सिखां दा हिरदा कि किसी दा दुख नहीं जर सकदे। किसी दुनिया के किसी पासे भी कोई आफत आ जाए, सब तो पहला सिख पहुँचते हैं गुरु के, क्योंकि ये परोपकार का भी महाराज ने अपने खालसे नूं सिख संगतां नूं बख्शिया। तो साध संगत जी, सतगुरु महाराज साहब सच्चे पातशाह जी के बेअंत कौतक ਹਨ। जिथे सतगुरां ने सारी बाणी आप उचार के आदि गुरु ग्रंथ साहिब जी की एक ओंकार तो लैके 18 10 20 तक नौवें पातशाह जी की सारी बाणी चढ़ा के संपूर्णता की, किसी ने भुलेखा नहीं रहन दिता। ते सतगुरां ने दसम जी बाणी का भी उचारण किया समय समय, जिथे जिथे भी अज भी वो कलमा मौजूद हैं। पाउंटा साहब, पाउंटा साहब दर्शन करन जाओ, जिहड़ा कि जमुना के किनारे ते जमुना नदी बहती है, बड़ा खड़का करती है। महाराज साहब सच्चे पातशाह जी उत्थे बाणी उचारन वास्ते बैठे ने, और सतगुरां कहा, ये नदी जमुना असी बाणी उचारनी है, साडी बिरती उचाट ना कर, इत्थे खड़ाक नहीं करना। अज भी तुसीं वेख लो, उत्थों
दूर जाके जमुना के पानी का खड़ाक आउंदा महाराज के अस्थान लागों ऐ पोले पोले पैर लंघण वांग आस्ते आस्ते वगदी है, क्योंकि भै विच चले लख दरियाओ। सारा कुछ महाराज के भै विच है, उहदे हुक्म विच चलदा है, हुक्म विच है महाराज के। जदों भाई उत्थे डले ने होर दमदमे साहब मींह ना हटे, मींह ना हटे, इन्ना मींह पिया। पहलां ते पिंडां दे लोग आए, कहंदे महाराज मींह नहीं पैंदा, औड़ बड़ी लगी है। धन गुरु गोबिंद सिंह साहब जी कहण लगे इनू इंदर नू इनू छित्र मारो, पंज मींह पा। इन्ना मींह पिया, इन्ना मींह पिया, सब जौ ढाबां भर गईयां। फिर कहते महाराज इनू बंद कराओ, हटदा नहीं। महाराज कहते फिर छित्र मारो, इनू पंज बंद कर रहे। उन्होंने हुक्म विच है, सतगुरां दे वरतदा। गुरु नानक साहब जी ने भी रुखां नाल मिठाइयां चढ़वाइयां बाबा लैणा जी ने जी महाराज के हुक्म विच। गुरु कलगीधर पिता जी का भी अस्थान गुरुद्वारा मठियाई साहब और दमदमे साहब के नेड़े है। खालसे नूं कड़ाका लग गया, भोजन पानी ना मिलिया। महाराज कहते चढ़ो इत्ते बेरी ते हलूणो इनू, नाना तरह दी मिठाइयां चढ़ियां। वो भी गुरुद्वारा मठियाई साहब भी है। आदंत एक है अवतारा, वही गुरु नानक देव जी की जोत 10 जामियां विच वरती है। की जोत वरती? सतगुरु गरीब नवाज महाराज जी दे बेअंत बेअंत कौतक हैं, दिन रात गाई जाइए। बसता कागज जा करो, हर जस लिखण न जाए। सतगुरु जी ने अकाल पुरख की पुस्तकी विच उत्थे बाणी उचारना शुरू की। जो पौंडे साहब जाप साहब की बाणी अगे अकाल उस्ताद की बाणी उचारते ने महाराज। को अंकार सतगुर प्रसाद उतार खासे दसखत का, पातशाही 10वीं। अकाल पुरख की रक्षा हमने, सर्वलोह की रक्षा हमने, सर्वकाल जी की रक्षा हमने, सर्वलोह जी की सदा रक्षा हमने। ये अपने दस्ते मुबारक के नाल सतगुरु जी लिखते थे। अगे कलम लिखारी सिंह नूं दे देंगे, तुसीं लिखो। बाणी आप उचारते ने, लिखारी सिंह लिखते हैं। जिमें महाराज साहब जी ने भाई गुरदास जी ने लिखारी लाया सी ना, गुरु अर्जन साहब जी बाणी गुरु अर्जन साहब जी उचारते थे। आगे लिखारी के दस्तखत ये अकाल उस्ताद की बाणी में लिखिया महाराज साहब जी ने। सो वो कलमा महाराज दियां अज भी गवाही दिंदियां ने, वो पौंटे साहब। तो साध संगत जी बेअंत महाराज के कौतक हैं, दिन रात गाई जाइए, अंत ही नहीं, अंत ही नहीं, बेशुमार हैं। और ये सतगुरु जी के कौतक। अज संसार ते जो कुछ भी ये सुख ते सहूलतां ने, जेड़े जेड़े भी धर्मां दे लोग अपने अपने धर्म दे विच कोई पूजा कर रहे हैं ना, ये देन गुरु गोबिंद सिंह साहब जी दी है। दूसरे भाई वागुरु भाई संतोख सिंह जी कवि चूड़ामण, वो कहते ने छाए जाती एकता अनेकता, बुलाए जाती होवती कुचीलता, किते बन पुराण की। पाप ही परपक जाते, धर्म सक जाते, वर्ण ग्रक जाते, सहज विधान की। देवी देव देहरे संतोख सिंहा दूर होते, रीत मिट जाती कथा कतेबन पुराण की। श्री गुरु गोबिंद सिंह पावन परम सूर, मूर्ति न होती जो पे करना निधान की। जय गुरु गोबिंद सिंह साहब जी ये जामा धार के ना आउंदे ते अज ये संसार ते कुछ होर दा होर ही हुंदा। बाहरले मुल्कां वालियां नूं पुछिया भी तुहाडा मुल्क किस तरह दा है, वो कहते ने भी जदों दा इत्थे महाराज दा खालसा आ गया ना, ये साडा मुल्क सोहना बन गया। ये कहते जदों दे इधर गुरु के सिख आ गए ने, ये साडा मुल्क सोहना बन गया। ये सिखां दे नाल, ये गुरु की सिख आउण नाल, ये गुरु का खालसा आउण नाल।
महाराज साहब सच्चे पातशाह जी ने खालसा ही ऐसा साज देता है, लखां विच एक भी खलोता होवे महाराज कहते नहीं छुपा सकता। ऐसा स्वरूप महाराज ने अपने खालसे को दे दिता है। न्यारा जी है, जब लग खालसा रहे न्यारा तब लग तेज दियो मैं सारा। तेज कहते शक्ति नूं, महाराज कहते दुनियादारी दे ऐश वैश पिछों किसी लालच वस विच आण के नहीं, जे मर्यादा विच चलेगा जेड़ा चलन वाला तो महाराज कहते तेज शक्ति दिन्ने खालसे। महाराज ने बंदे बहादुर नूं घल्लिया ना, इन्ना तेज शक्ति दी, जिधरों गोला आवे तोप दा इधर नूं उंगल कर दे दूसरे पासे निकल जाए, उधरों कर दे उधर नूं चला जाए, दुश्मन का गोला अपने फौज ते आउण ही नहीं दिंदा। जे उन्हां वाले पिछे नूं हथ कर दिंदा, उन्हां दा तोप दा गोला पिछे उन्हां ते जा वजदा। महाराज ने खालसे नूं तेज दिता है, एक एक संग नूं महाराज ने सवा लाख दे नाल जुझण दा बल दिता। ऐसा गुरु जिस दे ऐसे अचंभा कौतुक हैं, जिन्हों मुसलमाना ने भी सतगुरां की तारीफ में लिखदे सतगुरु के जस में जुड़ गए ने, गुरु साहब के जस में जुड़ गए ने। नासरो मंसूर गुरु गोबिंद सिंह, एज दी मंजूर गुरु गोबिंद सिंह, हकरा नूर गुरु गोबिंद सिंह, जुबला फैजे नूर गुरु गोबिंद सिंह, हक हक अगा गुरु गोबिंद सिंह, बादशाह दरवेश गुरु गोबिंद सिंह, आलम रोशन गुरु गोबिंद सिंह। सारे आलम में जो रोशन है ये गुरु गोबिंद सिंह साहब जी की रोशनी है। जानो दिल रा राह गुरु गोबिंद सिंह, गुरु के जस में जुड़ गए, क्योंकि गुरु परमेश्वर है। ऐसा गुरु जिस गुरु ने सब लुकाई दे ताई महाराज साहब सच्चे पातशाह जी के दर ते जो भी आ गया, जे दर आवत जाते हो हटके ना ही कोय, सो दर कैसे छुड़िए जो दर ऐसा हो। होर किसे मंदिर में नहीं जाते कोई, सारे धर्मां दे लोग किसे मस्जिद में नहीं जाते, सारे धर्मां दे लोग, पर गुरु का दर ऐसा है जिथे सारे वर्णा धर्मां दे सारे मजहबां दे सब जाते हैं। गुरु किसी नाल वितकरा नहीं रखता। अमृतसर साहब महाराज साहब जी का श्री हरमंदर साहब 4 दरवाजे सतगुरां ने रखे ने, किसी वर्ण का किसी मजहब का किसी धर्म का कोई आवे सब वास्ते है, पर रस्ता सारियां लई एक है। रस्ता सब लई एक दिता है कि जिहड़ा भी कोई आवे वो गुरु के दर ते आउण वाले नूं कोई रोक नहीं, कोई वितकरा नहीं किसी नाल। ऐसा गुरु है सतगुरु महाराज साहब सच्चे पातशाह, धन गुरु धन धन श्री गुरु गोबिंद सिंह साहब सच्चे पातशाह। आओ 2 मिनट खड़िए सारे फिर फतेह बुलाने। वाहो वाहो गोबिंद सिंह जी, वाहो वाहो गोबिंद सिंह जी, गोबिंद सिंह जी गुरु गोबिंद सिंह जी, 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 वाहो वाहो गोबिंद सिंह जी, वाहो वाहो
ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਸਤਿਗੁਰੂ ਸੱਚਾ ਪਾਤਸ਼ਾਹ ਉਹ ਸਾਰੇ ਲੋਕਾਈ ਦਾ, ਸਾਰੇ ਲੋਕਾਂ ਦਾ, ਉਹ ਸਾਰੇ ਮਾਤ ਲੋਕ ਦਾ, ਸੱਚਖੰਡ ਦਾ, ਸਾਰੇ ਖੰਡਾਂ ਬ੍ਰਹਿਮੰਡਾਂ ਦਾ ਉਹ ਮਾਲਕ ਹੈ। ਇਸ ਕਰਕੇ ਉਹ ਸੱਚਾ ਪਾਤਸ਼ਾਹ, ਸਤਿਗੁਰੂ ਸੱਚਾ ਪਾਤਸ਼ਾਹ ਆਇਆ ਹੈ ਅੱਜ ਆਪਣੇ ਦਸਵੇਂ ਪਿਤਾ, ਦਸਵਾਂ ਪਾਤਸ਼ਾਹ ਗੁਰੂ, ਗੁਰੂ ਪਿਤਾ, ਖਾਲਸੇ ਦੇ ਪਿਤਾ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਜੀ ਮਾਤਾ ਸਾਹਿਬ ਦੇਵਾਂ ਜੀ, ਇਹ ਖਾਲਸੇ ਦੀ ਮਾਤਾ ਜੀ ਮਾਤਾ ਸਾਹਿਬ ਦੇਵਾਂ ਜੀ। एक पिता एक सके हम बारिक, तू मेरा गुरहाई। सच्चे पातशाह के दर ते अज साहिब जी के पावन गुरपुरब ते हाजरियां दा ये सतगुरु ने सुभाग बख्शिया है और सतगुरां दा ये बचन है। हजूर साहब महाराज साहब जी ने जो दसवें पातशाह जी ने सानू श्री गुरु ग्रंथ साहब जी के चरणों नाल जोड़िया, इस करके शब्द गुरु दे लड़ लगना है। पंजां प्यारियां द्वारा अमृत छकना, गुरु की मर्यादा, अमृत वेला सानू आवे उठना, सानू नितनेम करना आवे, बाणी पढ़नी आवे, गुरुद्वारे हर रोज आइए, महाराज के दर्शन करिए गुरु ग्रंथ साहब जी। जिथे भी कोई गुरुद्वारा लागे लगता है, धन गुरु ग्रंथ साहब जी के दर्शन करिए रोज, जैसे अपने गुरु पिता जी ने मत्था टेकिए जाके, क्योंकि जिन्ना की नितनेम बाणी पढ़ी है, अरदास करिए, फिर अपने कारोबार में लगिए नाल नाल, फिर महाराज दे नाम जपदियां ये अपने समय नूं स्वासां नूं सफला करने वास्ते भी नाल मूल मंत्र गुर मंत्र का जाप करिए। ये दात सतगुरां दे चरनां चों मंगदे होए विसर नाही दातार, अपना नाम देहो गुण गावां दिन रात, नानक चाहो एहो। ये बख्शिश करो, साड़ियां भुलां गलतियां माफ़ करो, सदा ही सानू आप दे बना के रखो। सच्चे पातशाह आप जी मेहर करो, कृपा करो। सो साध संगत जी, भुलां चुकां दी खिमा बख्शणी सारियां संगतां नूं जी आयां नूं। अज साहिब जी दे प्रकाश आगमन गुरपुरब दीआं हाजरियां विच सारे जुड़ रहे हो, भागां वाले। गुरु कलगीधर पिता जी ने वचन कीता सी, जिसे महाराज ने हजूर साहब खालसा जी खोज शब्द की करनी है, पंथ का भला लोड़ना ते गुरपुरब करते रहना। ये गुरपुरब करते रहना सतगुरां दा वचन है। गुरपुरब जुड़े हों, कल नगर कीर्तन में जुड़ के भी हाजरियां लाइया। अज सतगुरां दे पावन दिहाड़े जिहड़े अज दे दिन की रात है, अमृत वेले का सतगुरां दा आगमन प्रकाश का अमृत वेले 1 वजे भोग पैंदे ने तख्त श्री हरमंदिर जी पटना साहब। वो भी एक अलौकिक नज़ारा दर्शन करन दा हुंदा है। अज दे दिन तां हुण देणे ने, हुण जिहड़ी रात आउणी इहदी जिहड़ी सवेर अमृत वेले दा महाराज साहब जी दे 1 वजे भोग पैंदे ने सतगुरां दे जिसम प्रकाश होण दा। तो साहब जी कृपा करन साध संगत जी, महाराज साहब सच्चे पातशाह जी दे दर्दियां, क्योंकि एडा वड्डा शक्तिशाली गुरु मिल जाना ये वड्डियां भागां दी निशानी। कोई नगोरा ना रहो, जिन्ना चਿਰ कोई अमृत नहीं ना छक लैंदा उन्ना चਿਰ गुरु ग्रंथ साहब महाराज का लड़ नहीं वो फड़दा, वो नगोरा ही तुरया फिरदा। गुरुद्वारे भावें रोज़ आवे, गुरु ग्रंथ साहब वो गुरु बनते हैं जिहड़ा अमृत छक लवे पंजां कोल, फिर गुरु उसकी बांह फड़ लैंदा। भाई डल्ले की साखी तुसीं पढ़दे हो, महाराज कहते भाई डलिया मंग की मंगदा, गुरु नानक साहब का घर तेरे ते तुठा है,
ਤੇ ਭਾਈ ਡੱਲੇ ਨੇ ਕਿਹਾ ਸੀ ਮਹਾਰਾਜ ਰਾਜ ਭਾਗ ਸਭ ਕੁਝ ਤੁਹਾਡਾ ਦਿੱਤਾ ਹੈ, ਆਪਦੇ ਚਰਨਾਂ 'ਚ ਪੀੜੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਇਹ ਨਹੀਂ ਮਿਲਦੀ। ਅਸੀਂ ਮਰਜ਼ਾਦਾ ਬਣਾ ਦਿੱਤੀ ਆ। ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਤੋਂ ਅੰਮ੍ਰਿਤ ਛਕਾ ਦਿੱਤਾ ਹੈ, ਜਿਹੜਾ ਅੰਮ੍ਰਿਤ ਛਕੇਗਾ ਸੱਚਖੰਡ ਵਿੱਚ ਉਸੇ ਨੂੰ ਥਾਂ ਮਿਲੇਗਾ। ਤੂੰ ਅੰਮ੍ਰਿਤ ਨਹੀਂ ਛਕਿਆ। ਮਹਾਰਾਜ ਭਾਈ ਡੱਲਾ ਕਹਿੰਦਾ ਮਹਾਰਾਜ ਮੈਂ ਤੁਹਾਡਾ ਪ੍ਰਸ਼ਾਦ ਛਕਦਾ ਰਿਹਾ। ਮਹਾਰਾਜ ਕਹਿੰਦੇ ਭਾਵੇਂ ਕੁਛ ਵੀ ਹੈ, ਅੰਮ੍ਰਿਤ ਛਕੇਗਾ ਤੇ ਥਾਂ ਮਿਲੂ। ਹੋਰ ਕੁਛ ਮੰਗ ਲੈ, ਰਾਜ ਭਾਗ ਹੋਰ ਦੇ ਦਿੰਦੇ ਆ, ਉਮਰ ਵਧਾ ਦਿੰਦੇ ਆ। ਤੇ ਕਹਿਣ ਲੱਗਾ ਨਹੀਂ ਮਹਾਰਾਜ, ਆਖਰ ਤੇ ਜਾਣਾ ਹੀ ਹੈ ਨਾ, ਭਾਵੇਂ 1000 ਬਰਸ ਕਿਉਂ ਨਾ ਜੀ ਲੈ। ਕਿਰਪਾ ਕਰੋ ਆਪਦੇ ਚਰਨਾਂ 'ਚ ਥਾਂ ਦਿਓ। ਮਹਾਰਾਜ ਕਹਿਣ ਲੱਗੇ ਫਿਰ ਅੰਮ੍ਰਿਤ ਛਕ। ਫਿਰ ਆਪਣੇ ਪਰਿਵਾਰ ਸਮੇਤ 500 ਬਰਾੜਾਂ ਸਮੇਤ ਅੰਮ੍ਰਿਤ ਛਕਿਆ ਭਾਈ ਡੱਲੇ ਨੇ। ਭਾਈ ਡੱਲ ਸਿੰਘ ਨਾਮ ਹੋਇਆ। ਤੇ ਸਤਿਗੁਰੂ ਜੀ ਨੇ ਇਹ ਮਰਜ਼ਾਦਾ ਬਣਾਈ। ਗੁਰੂ ਕਲਗੀਧਰ ਪਿਤਾ ਜੀ ਨੇ ਖੁਸ਼ੀਆਂ ਪ੍ਰਾਪਤ ਕਰੀਏ। ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਮਹਾਰਾਜ ਨੇ ਆਪਾਂ ਨੂੰ ਜੋੜਿਆ। ਗੁਰੂ ਦਸਵੇਂ ਪਾਤਸ਼ਾਹ, 10ਵਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਹਨ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਕਲਗੀਧਰ ਪਿਤਾ ਜੀ ਦਾ ਹੀ ਬਚਨ ਹੈ ਨਾ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਆਗਿਆ ਭਈ ਅਕਾਲ ਕੀ ਤਵੀ ਜਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀਤੇ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮਿਲੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੇ ਬੇਅੰਤ ਬੇਅੰਤ ਵਧਾਈਆਂ। ਗੁਰੂ ਕੇ ਲੰਗਰ ਵਰਤ ਰਹੇ ਨੇ, ਜਲ ਪਾਣੀ ਲੰਗਰ ਪਾਣੀ ਛਕੋ। ਕੀਰਤਨੀਏ ਸਿੰਘ ਵਾਰੀ ਵਾਰੀ ਜਿਹੜੇ ਜਥੇ ਆਏ ਨੇ ਜਾਂ ਇੱਥੇ ਮਹਾਰਾਜ ਦੇ ਦਰਬਾਰ ਦੇ ਹਜ਼ੂਰੀ ਜਥੇ ਨੇ, ਜਿਹੜੇ ਸਾਰੇ ਜਥਿਆਂ ਨੂੰ ਜੀ ਆਇਆਂ ਨੂੰ। ਹੋਰ ਜਿਹੜੇ ਕਵੀਚਰ ਕੋਈ ਜੋ ਵੀ ਆਇਆ ਹੈ ਸਭ ਨੂੰ ਜੀ ਆਇਆਂ ਨੂੰ। ਮਹਾਰਾਜ ਦੇ ਜਸ ਵਿੱਚ ਜੁੜੋ, ਗੁਰੂ ਦਾ ਜਸ ਕਰੀ ਚੱਲੋ, ਸੰਗਤਾਂ ਨੂੰ ਸਰਵਣ ਕਰਵਾਓ। ਅੱਜ ਸਤਿਗੁਰਾਂ ਦੇ ਪਾਵਨ ਦਿਹਾੜੇ ਦੀਆਂ ਗੁਰੂ ਜਸ ਵਿੱਚ ਜੁੜਦਿਆਂ ਇਹ ਆਪਣੇ ਸਮੇਂ ਦੀਆਂ ਘੜੀਆਂ ਸਫਲੀਆਂ ਹੋਣ ਤੇ ਗੁਰੂ ਦੀ ਬਖਸ਼ਿਸ਼ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਪਵੇ। ਗੁਰੂ ਦਾ ਬਚਨ ਸਾਡੇ ਅੰਦਰ ਵਸੇ ਤੇ ਸਾਡਾ ਜੀਵਨ ਸਫਲਾ ਹੋਵੇ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਗੁਰਦੁਆਰਾ ਭੱਟ ਸਾਹਿਬ ਜੀ ਦਾ ਹਜ਼ੂਰੀ ਜਥਾ ਪਹਿਲਾਂ ਲਾ ਲਓ, ਫਿਰ ਭਾਈ ਬਲਵਿੰਦਰ ਸੋਹਣੀ ਆਏ, ਉਹ ਵੀ ਲਾ ਲੈਣ। ਸਾਰੇ ਜਥੇ ਆਏ, ਜੀ ਆਇਆਂ ਨੂੰ।